ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਜੀਨ ਪਿਆਜ਼ੇ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ CDP ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇੱਕ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਜੀਨ ਪਿਆਜ਼ੇ ਦੀ ਥਿਊਰੀ, ਕੋਗਨੀਟਿਵ ਡਿਵੈਲਪਮੈਂਟ ਬਾਰੇ ਇੱਕ ਫੈਕਟ ਪੂਰੇ ਡਿਟੇਲ 'ਚ ਕਵਰ ਕਰਾਂਗੇ, ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ, ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਸਭ ਤੋਂ ਪਹਿਲਾਂ ਆਪਾਂ ਜੀਨ ਪਿਆਜ਼ੇ ਬਾਰੇ ਜਾਣਾਂਗੇ। ਜੀਨ ਪਿਆਜ਼ੇ ਨੂੰ ਸਵਿਸ ਸਾਈਕੋਲੋਜਿਸਟ ਵੀ ਕਿਹਾ ਜਾਂਦਾ ਹੈ, ਯਾਨੀ ਕਿ ਜੀਨ ਪਿਆਜ਼ੇ ਕਿੱਥੋਂ ਬਿਲੋਂਗ ਕਰਦੇ ਸੀ? ਸਵਿਟਜ਼ਰਲੈਂਡ ਤੋਂ ਬਿਲੋਂਗ ਕਰਦੇ ਸੀ ਜੀਨ ਪਿਆਜ਼ੇ, ਠੀਕ ਹੈ ਜੀ। ਤਾਂ ਸਵਿਸ ਸਾਈਕੋਲੋਜਿਸਟ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਜੀਨ ਪਿਆਜ਼ੇ ਨੂੰ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਦ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ, ਜਿਹਨੂੰ ਆਪਾਂ ਬੌਧਿਕ ਵਿਕਾਸ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਜਿਹੜਾ ਬੌਧਿਕ ਵਿਕਾਸ ਦੀ ਥਿਊਰੀ ਆ, ਬੌਧਿਕ ਯਾਨੀ ਕਿ ਆਪਣੇ ਦਿਮਾਗ ਦੇ ਨਾਲ ਰਿਲੇਟਡ, ਤਾਂ ਜਿਹੜਾ ਆਪਣਾ ਦਿਮਾਗੀ ਵਿਕਾਸ ਹੁੰਦਾ, ਆਪਣਾ ਬੌਧਿਕ ਵਿਕਾਸ ਹੁੰਦਾ ਹੈ, ਇਹਦੀ ਥਿਊਰੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤੀ ਹੈ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਕੋਗਨੀਟਿਵ ਡਿਵੈਲਪਮੈਂਟ ਇਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ, ਅਤੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਆਖਾਂਗੇ ਬੌਧਿਕ ਵਿਕਾਸ, ਅਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖਦੇ ਜਾਇਓ, ਠੀਕ ਹੈ ਜੀ। ਤਾਂ ਇਹ ਸਵਿਟਜ਼ਰਲੈਂਡ ਦੇ ਸਾਈਕੋਲੋਜਿਸਟ ਨੇ, ਅਤੇ ਬੌਧਿਕ ਵਿਕਾਸ ਦੀ ਥਿਊਰੀ ਇਹਨਾਂ ਨੇ ਆਪਾਂ ਨੂੰ ਦਿੱਤੀ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਜੀਨ ਪਿਆਜ਼ੇ ਡਿਸਕਸਡ ਅਬਾਊਟ ਥਿੰਕਿੰਗ, ਰੀਜ਼ਨਿੰਗ, ਪ੍ਰੋਬਲਮ ਸੋਲਵਿੰਗ ਬਾਈ ਚਾਈਲਡ ਇਨ ਦਿਸ ਥਿਊਰੀ। ਤਾਂ ਜੀਨ ਪਿਆਜ਼ੇ ਦਾ ਇਹ ਕਹਿਣਾ ਹੈ ਕਿ ਜੋ ਬੱਚਾ ਹੈ ਉਹ ਖੁਦ ਸੋਚਦਾ, ਠੀਕ ਹੈ ਜੀ। ਥਿੰਕਿੰਗ ਕਰਨਾ ਹੁੰਦਾ, ਸੋਚਣਾ। ਰੀਜ਼ਨਿੰਗ ਕਰਨਾ ਹੁੰਦਾ, ਮਤਲਬ ਆਪਾਂ ਲੌਜਿਕ ਲੱਭਦੇ ਹਾਂ, ਜਦੋਂ ਆਪਾਂ ਪਰਖਦੇ ਹਾਂ ਚੀਜ਼ ਨੂੰ, ਠੀਕ ਹੈ ਜੀ, ਰੀਜ਼ਨਿੰਗ ਆਪਾਂ ਉਹਨੂੰ ਕਹਿ ਸਕਦੇ ਹਾਂ। ਤਾਂ ਰੀਜ਼ਨਿੰਗ, ਉਹ ਆਪਣੀ ਰੀਜ਼ਨਿੰਗ ਯੂਜ਼ ਕਰਦਾ ਬੱਚਾ, ਪ੍ਰੋਬਲਮ ਆਪਣੀ ਉਹ ਸੋਲਵ ਕਰਦਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਬੱਚਾ ਜੋ ਹੈ ਉਹ ਖੁਦ ਕਰਦਾ, ਠੀਕ ਹੈ ਜੀ। ਤਾਂ ਇਹ ਜੀਨ ਪਿਆਜ਼ੇ ਦਾ ਹੀ ਮੰਨਣਾ। ਤਾਂ ਇਸ ਥਿਊਰੀ ਦੇ ਵਿੱਚ ਵੀ ਆਪਾਂ ਇਸੇ ਬਾਰੇ ਹੀ ਪੜ੍ਹਾਂਗੇ ਅੱਗੇ। ਤਾਂ ਇੱਕ ਲਾਈਨ ਬਹੁਤ ਫੇਮਸ ਹੈ, ਇੱਕ ਪੰਕਤੀ ਜੋ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੀ ਜਾਂਦੀ ਹੈ, ਚਿਲਡਰਨਸ ਆਰ ਲਾਈਕ ਲਿਟਲ ਸਾਇੰਟਿਸਟ। ਕਹਿੰਦਾ ਜਿਹੜੇ ਬੱਚੇ ਨੇ ਉਹ ਛੋਟੇ ਵਿਗਿਆਨੀ ਨੇ। ਪੰਜਾਬੀ ਦੇ ਵਿੱਚ ਤੁਸੀਂ ਇਹਦਾ ਅਨੁਵਾਦ ਕਰ ਸਕਦੇ ਹੋ ਕਿ ਜੋ ਬੱਚੇ ਨੇ ਉਹ ਛੋਟੇ ਵਿਗਿਆਨੀ ਨੇ। ਤਾਂ ਇਹ ਲਾਈਨ ਕਿਹਨੇ ਕਹੀ ਹੈ? ਇਹ ਆਪਣੀ ਲਾਈਨ ਕਹੀ ਹੈ ਜੀਨ ਪਿਆਜ਼ੇ ਨੇ। ਇਹ ਬਹੁਤ ਇੰਪੋਰਟੈਂਟ ਹੈ, ਪੁੱਛੀ ਜਾਂਦੀ ਹੈ, ਠੀਕ ਹੈ ਜੀ। ਤਾਂ ਜੀਨ ਪਿਆਜ਼ੇ ਦੀ ਇਹ ਲਾਈਨ ਹੈ, ਚਿਲਡਰਨ ਆਰ ਲਾਈਕ ਲਿਟਲ ਸਾਇੰਟਿਸਟ, ਕਿ ਜਿਹੜੇ ਬੱਚੇ ਨੇ ਉਹ ਛੋਟੇ ਸਾਇੰਸਦਾਨ ਨੇ ਜਾਂ ਛੋਟੇ ਵਿਗਿਆਨੀ ਨੇ, ਠੀਕ ਹੈ ਜੀ। ਇਹ ਯਾਦ ਰੱਖਣਾ, ਬਹੁਤ ਵਾਰੀ ਇਹ ਪੰਕਤੀ ਹੈ ਜਿਹੜੀ ਉਹ ਪੁੱਛੀ ਗਈ ਹੈ। ਜੀਨ ਪਿਆਜ਼ੇ ਗਿਵਨ ਦ ਇੰਪੋਰਟੈਂਸ ਟੂ ਐਕਟੀਵਿਟੀ ਆਫ ਅ ਚਾਈਲਡ। ਤਾਂ ਜੀਨ ਪਿਆਜ਼ੇ ਨੇ ਆਪਣੀ ਥਿਊਰੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ, ਉਹ ਕਿਹੜੀ 'ਤੇ ਦਿੱਤਾ ਹੈ? ਕਿ ਐਕਟੀਵਿਟੀ ਹੋਣੀ ਚਾਹੀਦੀ ਹੈ, ਯਾਨੀ ਕਿ ਬੱਚਾ ਐਕਟਿਵ ਹੋਣਾ ਚਾਹੀਦਾ ਹੈ ਆਪਣੇ ਰੋਲ ਦੇ ਵਿੱਚ, ਕਿ ਬੱਚਾ ਖੁਦ ਕਰਕੇ ਸਿੱਖੇ, ਠੀਕ ਹੈ ਜੀ। ਤਾਂ ਐਕਟੀਵਿਟੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਜੀਨ ਪਿਆਜ਼ੇ ਨੇ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ, ਠੀਕ ਹੈ ਜੀ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਸ ਜਿਹੜੀ ਦਿੱਤੀ ਹੈ ਉਹ ਐਕਟੀਵਿਟੀ ਨੂੰ ਦਿੱਤੀ ਹੈ, ਕਿ ਜਿਹੜਾ ਬੱਚਾ ਉਹ ਖੁਦ ਕਰਕੇ ਸਿੱਖੇਗਾ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ। ਜੀਨ ਪਿਆਜ਼ੇ ਇਜ਼ ਅ ਕੰਸਟਰਕਟਿਵਿਸਟ, ਠੀਕ ਹੈ ਜੀ। ਤਾਂ ਇਹਨਾਂ ਨੂੰ ਰੈਡੀਕਲ ਕੰਸਟਰਕਟਿਵਿਸਟ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਕੰਸਟਰਕਟਿਵਿਸਟ ਦਾ ਕੀ ਮਤਲਬ ਹੁੰਦਾ ਹੈ? ਸੰਰਚਨਾਵਾਦ। ਜਾਂ ਇਹਨੂੰ ਆਪਾਂ ਰਚਨਾਤਮਕ ਵੀ ਕਹਿ ਸਕਦੇ ਹਾਂ, ਰਚਨਾਵਾਦ ਵੀ ਕਹਿ ਸਕਦੇ ਹਾਂ। ਕੰਸਟਰਕਟਿਵਿਸਟ ਦਾ ਮਤਲਬ ਹੁੰਦਾ ਰਚਨਾ ਕਰਨਾ, ਜਾਂ ਰਚਨਾਵਾਦ ਦੇ ਨਾਲ ਰਿਲੇਟਡ ਇਹ ਇਹਨਾਂ ਦੀ ਥਿਊਰੀ ਹੈ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਜੀਨ ਪਿਆਜ਼ੇ ਕਿਹੜੇ ਟਾਈਪ ਦੇ ਕਿਸ ਟਾਈਪ ਦੀ ਸਾਈਕੋਲੋਜੀ ਦੇ ਨਾਲ ਇਹ ਰਿਲੇਟਡ ਨੇ? ਤਾਂ ਇਹ ਇੱਕ ਕੰਸਟਰਕਟਿਵਿਸਟ ਨੇ, ਕੰਸਟਰਕਟਿਵਿਸਟ ਸਾਈਕੋਲੋਜਿਸਟ ਨੇ ਜਿਹੜੇ ਆਪਣੇ ਜੀਨ ਪਿਆਜ਼ੇ ਨੇ, ਜਿਹਨੂੰ ਆਪਾਂ ਰਚਨਾਵਾਦੀ ਵੀ ਕਹਿ ਦਿੰਦੇ ਹਾਂ, ਸੰਰਚਨਾਵਾਦੀ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਯਾਦ ਰੱਖਣਾ, ਬਹੁਤ ਵਾਰ ਪੁੱਛਿਆ ਜਾਂਦਾ ਇਹ ਪੇਪਰਾਂ ਦੇ ਵਿੱਚ। ਜੀਨ ਪਿਆਜ਼ੇ ਆਲਸੋ ਨੋਨ ਐਜ਼ ਫਾਦਰ ਆਫ ਚਾਈਲਡ ਸਾਈਕੋਲੋਜੀ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ
ਕਿ ਉਹ ਕਿਹੜੇ ਵਿਦਵਾਨ ਨੇ ਜਿਨ੍ਹਾਂ ਨੂੰ ਫਾਦਰ ਆਫ ਚਾਈਲਡ ਸਾਈਕੋਲੋਜੀ ਵੀ ਕਿਹਾ ਜਾਂਦਾ ਹੈ, ਬਾਲ ਮਨੋਵਿਗਿਆਨ ਦਾ ਪਿਤਾਮਾ। ਠੀਕ ਹੈ ਜੀ, ਪੰਜਾਬੀ ਦੇ ਵਿੱਚ ਵੀ ਇਹਦਾ ਅਨੁਵਾਦ ਕਰ ਸਕਦੇ ਹੋ। ਬਾਲ ਮਨੋਵਿਗਿਆਨ ਦਾ ਪਿਤਾਮਾ ਕਿਸ ਵਿਦਵਾਨ ਨੂੰ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਜੀਨ ਪਿਆਜ਼ੇ ਨੂੰ, ਕਿਉਂਕਿ ਬਾਲ ਮਨੋਵਿਗਿਆਨ ਬਾਰੇ ਸਭ ਤੋਂ ਜ਼ਿਆਦਾ ਜਿਹੜੀ ਬਹੁਤ ਡੀਪ ਤਰੀਕੇ ਨਾਲ ਇਹਨਾਂ ਨੇ ਜਿਹੜੀਆਂ ਥਿਊਰੀਜ਼ ਦਿੱਤੀਆਂ ਨੇ ਉਹ ਜੀਨ ਪਿਆਜ਼ੇ ਨੇ ਦਿੱਤੀਆਂ ਨੇ। ਠੀਕ ਹੈ ਜੀ, ਤਾਂ ਫਾਦਰ ਆਫ ਚਾਈਲਡ ਸਾਈਕੋਲੋਜੀ ਕਿਹਾ ਜਾਂਦਾ ਹੈ, ਬਾਲ ਮਨੋਵਿਗਿਆਨ ਦਾ ਪਿਤਾਮਾ। ਇੱਕ ਤੁਹਾਨੂੰ ਪੁੱਛਿਆ ਜਾਊਗਾ ਜੈਨੇਟਿਕ ਐਪੀਸਟੈਮੋਲੋਜੀ। ਜੈਨੇਟਿਕ ਯਾਨੀ ਕਿ ਆਪਣੇ ਜੀਨਸ ਦੇ ਨਾਲ ਸੰਬੰਧਿਤ। ਠੀਕ ਹੈ ਜੀ, ਤਾਂ ਜੈਨੇਟਿਕ ਗਿਆਨ ਵਿਗਿਆਨ ਬਾਰੇ ਕਿਹਨਾਂ ਨੇ ਡਿਸਕਸ ਕੀਤਾ? ਤਾਂ ਉਹ ਵੀ ਆਪਣੇ ਜੀਨ ਪਿਆਜ਼ੇ ਨੇ ਡਿਸਕਸ ਕੀਤਾ। ਤਾਂ ਇਹ ਧਾਰਨਾ ਯਾਦ ਰੱਖਿਓ, ਇੰਗਲਿਸ਼ ਦੇ ਵਿੱਚ ਤੁਹਾਨੂੰ ਪੁੱਛੀ ਜਾਊਗੀ। ਜੈਨੇਟਿਕ ਐਪੀਸਟੈਮੋਲੋਜੀ ਜੀਵ ਯਾਨੀ ਕਿ ਜੀਨ ਗਿਆਨ ਵਿਗਿਆਨ। ਠੀਕ ਹੈ ਜੀ, ਜੀਨਸ ਜੈਨੇਟਿਕ ਯਾਨੀ ਕਿ ਆਪਣੇ ਜੀਨਸ ਦੇ ਨਾਲ ਸੰਬੰਧਿਤ। ਜੀਨਸ ਕੀ ਹੁੰਦੇ ਆ? ਜੋ ਆਪਣੇ ਮਾਤਾ ਪਿਤਾ ਤੋਂ ਆਪਣੇ ਵਿੱਚ ਜੋ ਵੀ ਗੁਣ ਆਉਂਦੇ ਨੇ, ਜੋ ਵੀ ਆਪਣਾ ਫਿਜ਼ੀਕਲ ਸਟਰਕਚਰ ਆਉਂਦਾ ਤਾਂ ਉਹ ਜੀਨਸ ਦੇ ਥਰੂ ਆਉਂਦਾ। ਤਾਂ ਜੈਨੇਟਿਕ ਐਪੀਸਟੈਮੋਲੋਜੀ ਦੀ ਧਾਰਨਾ ਜੋ ਆਪਾਂ ਨੂੰ ਦਿੱਤੀ ਹੈ ਉਹ ਵੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤੀ ਹੈ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਜੀਨ ਪਿਆਜ਼ੇ ਸੇਜ਼ ਦੈਟ ਡਿਵੈਲਪਮੈਂਟ ਇਜ਼ ਅ ਡਿਸਕੰਟੀਨਿਊਅਸ ਪ੍ਰੋਸੈਸ ਵਿਦ ਸਰਟਨ ਏਜ। ਤਾਂ ਜੀਨ ਪਿਆਜ਼ੇ ਦਾ ਇਹ ਮੰਨਣਾ ਹੈ ਕਿ ਜਿਹੜੀ ਆਪਣੀ ਡਿਵੈਲਪਮੈਂਟ ਹੁੰਦੀ ਹੈ ਇਹ ਕੰਟੀਨਿਊਸ ਪ੍ਰੋਸੈਸ ਨਹੀਂ ਹੈਗਾ, ਇਹ ਡਿਸਕੰਟੀਨਿਊਸ ਪ੍ਰੋਸੈਸ ਹੈ। ਤਾਂ ਇਹ ਪੁੱਛਿਆ ਜਾਂਦਾ ਪੇਪਰਾਂ ਦੇ ਵਿੱਚ ਬਹੁਤ ਵਾਰ ਕਿ ਉਹ ਕਿਸ ਵਿਦਵਾਨ ਨੇ ਕਿਹਾ ਕਿ ਡਿਵੈਲਪਮੈਂਟ ਕੀ ਹੈ? ਇਹ ਇੱਕ ਡਿਸਕੰਟੀਨਿਊਸ ਪ੍ਰੋਸੈਸ ਹੈ, ਮਤਲਬ ਕੰਟੀਨਿਊ ਨਹੀਂ ਚੱਲਦਾ। ਇੱਕ ਸਰਟਨ ਏਜ ਹੁੰਦੀ ਹੈ, ਯਾਨੀ ਕਿ ਜਿਵੇਂ ਆਪਣੀ ਮੈਚੂਰੇਸ਼ਨ ਹੈ, ਜਿਵੇਂ ਆਪਾਂ ਮੈਚਿਓਰ ਹੋ ਜਾਂਦੇ ਹਾਂ। ਠੀਕ ਹੈ ਜੀ, ਤਾਂ ਉੱਥੋਂ ਆਪਣਾ ਮਤਲਬ ਆਪਾਂ ਦੇਖ ਸਕਦੇ ਹਾਂ ਕਿ ਆਪਣੀ ਡਿਵੈਲਪਮੈਂਟ ਹੋ ਰਹੀ ਹੈ। ਤਾਂ ਇਹ ਜੀਨ ਪਿਆਜ਼ੇ ਦਾ ਮੰਨਣਾ ਹੈ। ਠੀਕ ਹੈ ਜੀ, ਤਾਂ ਬਟ ਜਿਹੜੇ ਆਪਣੇ ਅੱਗੇ ਆਪਾਂ ਵਿਦਵਾਨ ਪੜ੍ਹਾਂਗੇ ਵਾਈਗੋਸਕੀ। ਠੀਕ ਹੈ ਜੀ, ਤਾਂ ਵਾਈਗੋਸਕੀ ਕੀ ਮੰਨਦੇ ਆ? ਉਹ ਇਹਨੂੰ ਡਿਸਕੰਟੀਨਿਊਸ ਨਹੀਂ, ਉਹ ਇਹਨੂੰ ਕੰਟੀਨਿਊਸ ਪ੍ਰੋਸੈਸ ਮੰਨਦੇ ਆ। ਠੀਕ ਹੈ ਜੀ, ਤਾਂ ਜਿਹੜੇ ਵਾਈਗੋਸਕੀ ਮੰਨਦੇ ਆ, ਬਟ ਜੀਨ ਪਿਆਜ਼ੇ ਇਹਨੂੰ ਕੀ ਮੰਨਦੇ ਆ? ਤਾਂ ਜੀਨ ਪਿਆਜ਼ੇ ਇਹਨੂੰ ਮੰਨਦੇ ਆ ਡਿਸਕੰਟੀਨਿਊਸ ਪ੍ਰੋਸੈਸ। ਤਾਂ ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾ ਸਕਦਾ। ਇਸ ਤੋਂ ਬਾਅਦ ਤੁਹਾਨੂੰ ਜੀਨ ਪਿਆਜ਼ੇ ਦੀਆਂ ਬੁੱਕਸ, ਵੈਸੇ ਤਾਂ ਇਹਨਾਂ ਨੇ ਮੈਂ ਨੀਚੇ ਮੈਂਸ਼ਨ ਵੀ ਕੀਤਾ ਮੋਰ ਦੈਨ 50 ਬੁੱਕਸ ਰੋਟ ਬਾਈ ਹਿਮ, ਇਸ ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਲਗਭਗ 50 ਕਿਤਾਬਾਂ ਇਹਨਾਂ ਨੇ ਲਿਖੀਆਂ ਹੋਈਆਂ। ਠੀਕ ਹੈ ਜੀ, ਜਿਨ੍ਹਾਂ ਦੇ ਵਿੱਚੋਂ ਫੇਮਸ ਜਿਹੜੀਆਂ ਕਿਤਾਬਾਂ ਇਹਨਾਂ ਦੀਆਂ ਉਹਨੇ ਜਿਵੇਂ ਕਿ ਜੈਨੇਟਿਕ ਐਪੀਸਟੈਮੋਲੋਜੀ ਜਿਹੜੀ ਜੀਨ ਗਿਆਨ ਵਿਗਿਆਨ ਹੈ। ਠੀਕ ਹੈ ਜੀ, ਦਾ ਸਾਈਕੋਲੋਜੀ ਆਫ ਅ ਚਾਈਲਡ ਅਤੇ ਸਟਰਕਟਰਲਿਜ਼ਮ। ਠੀਕ ਹੈ ਜੀ, ਤਾਂ ਇਹ ਜਿਹੜੀਆਂ ਸੰਰਚਨਾਵਾਦ ਜਿਹਨੂੰ ਆਪਾਂ ਕਹਿੰਦੇ ਹਾਂ ਸੰਰਚਨਾਵਾਦ। ਠੀਕ ਹੈ ਜੀ, ਸੰਰਚਨਾਵਾਦ ਵੀ ਕਹਿ ਸਕਦੇ ਹੋ। ਤਾਂ ਇਹ ਤਿੰਨੋਂ ਕਿਤਾਬਾਂ ਇਹ ਬਹੁਤ ਫੇਮਸ ਨੇ, ਇਹ ਬਹੁਤ ਪੁੱਛੀਆਂ ਜਾਂਦੀਆਂ ਪੇਪਰਾਂ ਦੇ ਵਿੱਚ, ਤਾਂ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਮੋਰ ਦੈਨ 50 ਬੁੱਕਸ ਇਹਨਾਂ ਨੇ ਲਿਖੀਆਂ ਹੋਈਆਂ ਨੇ। ਅੱਗੇ ਜਿਹੜਾ ਆਪਾਂ ਪੜ੍ਹਦੇ ਹਾਂ ਜੀਨ ਪਿਆਜ਼ੇ ਬਾਰੇ, ਇੱਕ ਵਰਡ ਬਹੁਤ ਆਉਂਦਾ ਸਕੈਮਾ। ਠੀਕ ਹੈ ਜੀ, ਸਕੈਮਾ ਵਰਡ ਤੁਹਾਨੂੰ ਮਿਲੂਗਾ ਕਿ ਸਕੈਮਾ ਜਿਹੜਾ ਵਰਡ ਹੈ ਇਹ ਆਪਾਂ ਨੂੰ ਕਿਸ ਵਿਦਵਾਨ ਨੇ ਦਿੱਤਾ? ਤਾਂ ਇਹ ਵੀ ਆਪਾਂ ਨੂੰ ਜੀਨ ਪਿਆਜ਼ੇ ਨੇ ਦਿੱਤਾ। ਸਕੈਮਾ ਦਾ ਕੀ ਮਤਲਬ ਹੈ? ਪੈਕੇਟ ਆਫ ਇਨਫੋਰਮੇਸ਼ਨ। ਇਹਨੂੰ ਤੁਸੀਂ ਯਾਦ ਕਰਨ ਦਾ ਕੀ ਤਰੀਕਾ ਹੈ ਕਿ ਜਿਹੜਾ ਆਪਣਾ ਬ੍ਰੇਨ ਹੈ, ਠੀਕ ਹੈ ਜੀ, ਇਹਦੇ ਵਿੱਚ ਛੋਟੇ ਛੋਟੇ ਮਤਲਬ ਜਿਹੜੇ ਉਹ ਫੋਲਡਰ ਬਣੇ ਹੋਏ ਨੇ। ਜਿਵੇਂ ਕਿ ਤੁਹਾਡੇ ਨਾਲ ਕੋਈ ਵੀ ਘਟਨਾ ਵਾਪਰੀ ਤਾਂ ਉਹ ਤੁਹਾਡੇ ਦਿਮਾਗ ਦੇ ਵਿੱਚ ਇੱਕ ਫੋਲਡਰ ਬਣ ਗਿਆ, ਤਾਂ ਉਹਨੂੰ ਆਪਾਂ ਕੀ ਆਖਾਂਗੇ? ਸਕੈਮਾ ਆਖਾਂਗੇ। ਪੈਕੇਟ ਆਫ ਇਨਫੋਰਮੇਸ਼ਨ, ਜਿਹੜੇ ਇਨਫੋਰਮੇਸ਼ਨ ਦੇ ਪੈਕੇਟ ਤੁਹਾਡੇ ਦਿਮਾਗ 'ਚ ਬਣ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ? ਸਕੈਮਾ ਕਿਹਾ ਜਾਂਦਾ। ਬਹੁਤ ਇੰਪੋਰਟੈਂਟ ਹੈ। ਤਾਂ ਇਹ ਸਕੈਮਾ ਦੀ ਧਾਰਨਾ ਆਪਾਂ ਨੂੰ ਕਿਹਨੇ ਦਿੱਤੀ ਹੈ? ਜੀਨ ਪਿਆਜ਼ੇ ਨੇ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਜਿਹੜੀ ਆਪਾਂ ਨੂੰ ਇਹਨਾਂ ਨੇ ਬੌਧਿਕ ਵਿਕਾਸ ਦੀ ਧਾਰਨਾ ਦਿੱਤੀ ਹੈ ਕੋਗਨੀਟਿਵ ਡਿਵੈਲਪਮੈਂਟ ਦੀ। ਤਾਂ ਇਹਦੇ ਨਾਲ ਰਿਲੇਟਡ ਕੁਛ ਕੁ ਟਰਮਸ ਨੇ ਜੋ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜਿਵੇਂ ਕਿ ਮੈਚੂਰੇਸ਼ਨ। ਮੈਚੂਰੇਸ਼ਨ ਕੀ ਹੁੰਦੀ ਹੈ? ਪਰਿਪੱਕਵਤਾ ਜਿਹਨੂੰ ਆਪਾਂ ਕਹਿੰਦੇ ਹਾਂ। ਪਰਿਪੱਕਵਤਾ ਯਾਨੀ ਕਿ ਮੈਚਿਓਰਿਟੀ। ਇੱਕ ਏਜ 'ਤੇ ਆ ਕੇ ਆਪਣੇ ਜਦੋਂ ਆਪਾਂ 20-22 ਸਾਲ ਦੀ ਏਜ ਦੇ ਹੋ ਜਾਂਦੇ ਹਾਂ ਤਾਂ ਆਪਣੇ ਵਿੱਚ ਇੱਕ ਮੈਚਿਓਰਿਟੀ ਆ ਜਾਂਦੀ ਹੈ, ਉਹਨੂੰ ਮੈਚੂਰੇਸ਼ਨ ਕਹਿੰਦੇ ਨੇ। ਤਾਂ ਇਹ ਕਿਹੜੀ ਚੀਜ਼ 'ਤੇ ਡਿਪੈਂਡ ਕਰਦੀ ਹੈ? ਅਤੇ ਆਪਣੀ ਏਜ 'ਤੇ ਡਿਪੈਂਡ ਕਰਦੀ ਹੈ। ਠੀਕ ਹੈ, ਜਿਹੜੀ ਮੈਚੂਰੇਸ਼ਨ ਹੈ। ਐਕਸਪੀਰੀਅੰਸ, ਤੁਹਾਨੂੰ ਐਕਸਪੀਰੀਅੰਸ ਹੁੰਦਾ ਤਜਰਬਾ ਰਿਲੇਟਡ ਟੂ ਐਕਟੀਵਿਟੀ। ਜਦੋਂ ਤੁਸੀਂ ਐਕਟੀਵਿਟੀ ਕਰੋਗੇ, ਯਾਨੀ ਕਿ ਬੱਚੇ ਨੂੰ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਜੀਨ ਪਿਆਜ਼ੇ ਨੇ ਐਕਟੀਵਿਟੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈ ਕਿ ਬੱਚਾ ਐਕਟਿਵ ਰਹੇ, ਬੱਚਾ ਖੁਦ ਐਕਟੀਵਿਟੀ ਕਰੇ, ਜਿਹਦੇ ਨਾਲ ਉਹਦਾ ਐਕਸਪੀਰੀਅੰਸ ਗੇਨ ਹੋਊਗਾ, ਯਾਨੀ ਕਿ ਉਹਨੂੰ ਤਜਰਬਾ ਹੋਊਗਾ। ਤਾਂ ਜਿਹੜਾ ਤਜਰਬਾ ਕਿਹਦੇ ਨਾਲ ਰਿਲੇਟਡ ਹੈ? ਐਕਟੀਵਿਟੀ ਦੇ ਨਾਲ। ਜਦੋਂ ਉਹ ਕੰਮ ਕਰੂਗਾ ਖੁਦ ਕਰਕੇ ਸਿੱਖੂਗਾ। ਠੀਕ ਹੈ ਜੀ। ਤੀਸਰਾ ਆਪਣਾ ਸੋਸ਼ਲ ਇੰਟਰੈਕਸ਼ਨ, ਯਾਨੀ ਕਿ ਸਮਾਜਿਕ ਪਰਸਪਰ ਪ੍ਰਭਾਵ ਜਿਹਨੂੰ ਆਪਾਂ ਕਹਿੰਦੇ ਹਾਂ। ਇਹ ਜਿਹੜਾ ਸਮਾਜਿਕ ਪਰਸਪਰ ਪ੍ਰਭਾਵ ਜਿਹੜਾ ਆਉਣਾ ਉਹ ਕਿਵੇਂ ਆਉਣਾ? ਉਹ ਆਪਣਾ ਜਦੋਂ ਆਪਾਂ ਫੈਮਿਲੀ ਦੇ ਵਿੱਚ ਰਹਾਂਗੇ, ਆਪਣੇ ਮਾਂ-ਬਾਪ ਨਾਲ, ਆਪਣੇ ਭੈਣ ਭਰਾਵਾਂ ਨਾਲ, ਜਾਂ ਆਪਾਂ ਸੁਸਾਇਟੀ ਦੇ ਵਿੱਚ ਵਿਚਰਾਂਗੇ ਤਾਂ ਇਹਦੇ ਨਾਲ ਆਪਣਾ ਸੋਸ਼ਲ ਇੰਟਰੈਕਸ਼ਨ ਹੋਣਾ। ਠੀਕ ਹੈ ਜੀ। ਅਤੇ ਲਾਸਟ ਆਪਣਾ ਇਕੁਇਲਿਬਰੇਸ਼ਨ, ਬਹੁਤ ਇੰਪੋਰਟੈਂਟ ਹੈ ਇਹ। ਠੀਕ ਹੈ ਜੀ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਇਹਨੂੰ ਆਪਾਂ ਬੈਲੈਂਸ ਕਹਿ ਸਕਦੇ ਹਾਂ। ਠੀਕ ਹੈ ਜੀ, ਬੈਲੈਂਸ ਕਰਕੇ ਰੱਖਣਾ। ਠੀਕ ਹੈ ਜੀ, ਜਾਂ ਸਮਾਨਤਾ ਬਣਾ ਕੇ ਰੱਖਣਾ, ਉਹਨੂੰ ਆਪਾਂ ਇਕੁਇਲਿਬਰੇਸ਼ਨ ਕਹਿ ਸਕਦੇ ਹਾਂ। ਇਕੁਇਲਿਬਰੇਸ਼ਨ ਆਪਣੇ 'ਚ ਕਦੋਂ ਆਉਂਦੀ ਹੈ? ਜਦੋਂ ਆਪਾਂ ਦੋ ਇਨਫੋਰਮੇਸ਼ਨਸ ਦੇ ਵਿੱਚ ਜਾਂ ਦੋ ਚੀਜ਼ਾਂ ਦੇ ਵਿੱਚ ਆਪਾਂ ਸਮਾਨਤਾ ਆਪਾਂ ਬਿਠਾ ਲੈਂਦੇ ਹਾਂ ਜਾਂ ਆਪਾਂ ਬੈਲੈਂਸ ਬਣਾ ਲੈਂਦੇ ਹਾਂ।
ਉਹਨੂੰ ਆਪਾਂ ਇਕੁਇਲਿਬ੍ਰੇਸ਼ਨ ਕਹਾਂਗੇ। ਇਕੁਇਲਿਬ੍ਰੇਸ਼ਨ ਦਾ ਮਤਲਬ ਹੁੰਦਾ ਬੈਲੈਂਸ ਬਣਾਉਣਾ, ਠੀਕ ਹੈ ਜੀ। ਤਾਂ ਕਨਫਲਿਕਟ ਟੂ ਕਲੈਰਿਟੀ, ਜਦੋਂ ਆਪਾਂ ਕਨਫਲਿਕਟ ਦੇ ਵਿੱਚੋਂ ਨਿਕਲ ਕੇ ਕਲੈਰਿਟੀ ਦੇ ਵੱਲ ਜਾਂਦੇ ਹਾਂ ਤਾਂ ਉਦੋਂ ਆਪਣੇ 'ਚ ਇਕੁਇਲਿਬ੍ਰੇਸ਼ਨ ਆਉਂਦਾ। ਕਨਫਲਿਕਟ ਯਾਨੀ ਕਿ ਆਪਾਂ ਉਲਝੇ ਹੁੰਦੇ ਹਾਂ, ਕਲੈਰਿਟੀ ਆਪਾਂ ਨੂੰ ਗੱਲ ਕਲੀਅਰ ਹੋ ਜਾਂਦੀ ਹੈ। ਤਾਂ ਉਦੋਂ ਜਦੋਂ ਆਪਣੀ ਗੱਲ ਕਲੀਅਰ ਹੋ ਗਈ ਤਾਂ ਉਦੋਂ ਆਪਾਂ ਇਕੁਇਲਿਬ੍ਰੇਸ਼ਨ ਦੇ ਵਿੱਚ ਪਹੁੰਚ ਜਾਂਗੇ, ਠੀਕ ਹੈ ਜੀ। ਤਾਂ ਜਾਂ ਆਪਾਂ ਇਹਨੂੰ ਕੀ ਕਹਿ ਸਕਦੇ ਹਾਂ, ਬੈਲੈਂਸ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਇਨਰ ਐਂਡ ਆਊਟਰ ਬੈਲੈਂਸ, ਠੀਕ ਹੈ ਜੀ, ਅੰਦਰੂਨੀ ਅਤੇ ਬਾਹਰੀ ਬੈਲੈਂਸ ਆਪਾਂ ਇਹਨੂੰ ਕਹਿ ਸਕਦੇ ਹਾਂ ਇਕੁਇਲਿਬ੍ਰੇਸ਼ਨ। ਇਕੁਇਲਿਬ੍ਰੇਸ਼ਨ ਬਹੁਤ ਇੰਪੋਰਟੈਂਟ ਟਰਮ ਹੈ ਜਿਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ। ਇਹਨਾਂ ਬਾਰੇ ਤੁਹਾਨੂੰ ਪਤਾ ਹੀ ਹੁੰਦਾ ਕਿ ਜਿਹੜੀ ਮੈਚੂਰੇਸ਼ਨ ਆਪਾਂ ਨੂੰ ਏਜ ਦੇ ਅਕੋਰਡਿੰਗ ਆਉਂਦੀ ਹੈ, ਐਕਸਪੀਰੀਅੰਸ ਆਪਾਂ ਨੂੰ ਐਕਟੀਵਿਟੀ ਨਾਲ ਆਊਗਾ, ਅਤੇ ਸੋਸ਼ਲ ਇੰਟਰੈਕਸ਼ਨ ਆਪਣਾ ਜਦੋਂ ਆਪਾਂ ਫੈਮਿਲੀ ਅਤੇ ਸਮਾਜ ਦੇ ਵਿੱਚ ਵਿਚਰਾਂਗੇ, ਠੀਕ ਹੈ ਜੀ। ਤਾਂ ਹੁਣ ਆਪਾਂ ਇਕੁਇਲਿਬ੍ਰੇਸ਼ਨ ਬਾਰੇ ਪੜ੍ਹਾਂਗੇ। ਇਕੁਇਲਿਬ੍ਰੇਸ਼ਨ ਦਾ ਮਤਲਬ ਹੈ, ਇਹ ਜਿਹੜਾ ਸ਼ਬਦ ਹੈ ਇਹਦਾ ਐਗਜ਼ੈਕਟ ਮੀਨਿੰਗ ਤਾਂ ਬੈਲੈਂਸ ਹੀ ਹੈ। ਜਦੋਂ ਆਪਣੇ ਦਿਮਾਗ ਦੇ ਵਿੱਚ ਆਪਾਂ ਬੈਲੈਂਸ ਬਿਠਾ ਲਿਆ ਤਾਂ ਆਪਣੇ ਦਿਮਾਗ ਦੇ ਵਿੱਚ ਆਪਣਾ ਇਕੁਇਲਿਬ੍ਰੇਸ਼ਨ ਬਣ ਗਿਆ, ਠੀਕ ਹੈ ਜੀ। ਤਾਂ ਇਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਇਕੁਇਲਿਬ੍ਰੇਸ਼ਨ ਦੇ ਕੁਛ ਕੁ ਪਾਰਟਸ ਨੇ, ਜਿਵੇਂ ਕਿ ਅਡੈਪਸ਼ਨ, ਅਡੈਪਟ ਕਰਨਾ, ਠੀਕ ਹੈ ਜੀ। ਇਟ ਇਜ਼ ਅ ਪਾਰਟ ਆਫ ਇਕੁਇਲਿਬ੍ਰੇਸ਼ਨ। ਤਾਂ ਅਡੈਪਸ਼ਨ ਕਰਨਾ ਹੁੰਦਾ ਹੈਗਾ ਯਾਨੀ ਕਿ ਸਮਾਨਤਾ ਬਿਠਾਉਣਾ। ਅਡੈਪਸ਼ਨ ਕਰਨਾ ਹੁੰਦਾ, ਅਡੈਪਟ ਕਰਨਾ ਕਿਸੇ ਚੀਜ਼ ਨੂੰ। ਤਾਂ ਅਡੈਪਸ਼ਨ ਦੇ ਵੀ ਅੱਗੇ ਦੋ ਪਾਰਟਸ ਨੇ, ਇੱਕ ਤਾਂ ਹੁੰਦਾ ਅਕਮੋਡੇਸ਼ਨ, ਇੱਕ ਹੁੰਦਾ ਅਸਿਮੀਲੇਸ਼ਨ, ਠੀਕ ਹੈ ਜੀ। ਅਸਿਮੀਲੇਸ਼ਨ ਹੁੰਦਾ ਆਤਮਸਾਤ ਕਰਨਾ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਅਤੇ ਜਿਹੜਾ ਆਪਣਾ ਹੁੰਦਾ ਅਕਮੋਡੇਸ਼ਨ, ਤਾਂ ਇਹਨਾਂ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ, ਠੀਕ ਹੈ ਜੀ। ਇਹਦੀ ਪੰਜਾਬੀ ਮੈਂ ਤੁਹਾਨੂੰ ਅੱਗੇ ਜਾ ਕੇ ਲਿਖਵਾਉਣਾ, ਪੰਜਾਬੀ ਵੀ ਤੁਸੀਂ ਨਾਲ ਨਾਲ ਲਿਖਦੇ ਰਹਿਣਾ, ਬਟ ਜੇ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਕਰ ਲਓਗੇ ਤਾਂ ਤੁਹਾਡੇ ਲਈ ਬਹੁਤ ਬੈਟਰ ਹੈ, ਠੀਕ ਹੈ ਜੀ। ਤਾਂ ਅਡੈਪਸ਼ਨ ਦੇ ਅੱਗੇ ਦੋ ਪਾਰਟ ਨੇ, ਅਕਮੋਡੇਸ਼ਨ ਅਤੇ ਅਸਿਮੀਲੇਸ਼ਨ। ਇਹਨਾਂ ਬਾਰੇ ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ। ਅਤੇ ਇੱਕ ਜਿਹੜਾ ਔਰਗੇਨਾਈਜੇਸ਼ਨ ਹੈ, ਇਹ ਵੀ ਆਪਣੇ ਇਕੁਇਲਿਬ੍ਰੇਸ਼ਨ ਦਾ ਪਾਰਟ ਹੈ। ਇਟ ਇਜ਼ ਅ ਪਾਰਟ ਆਫ ਇਕੁਇਲਿਬ੍ਰੇਸ਼ਨ। ਇਟ ਇਜ਼ ਰਿਲੇਟਡ ਟੂ ਇਨਫੋਰਮੇਸ਼ਨ ਡਿਵਾਈਡਡ ਇਨਟੂ ਕੈਟਾਗਰੀ। ਔਰਗੇਨਾਈਜੇਸ਼ਨ ਕਰਨਾ ਹੁੰਦਾ ਇਨਫੋਰਮੇਸ਼ਨ ਨੂੰ ਔਰਗੇਨਾਈਜ਼ ਕਰਨਾ, ਡਿਵਾਈਡ ਕਰਨਾ, ਵੰਡਣਾ, ਠੀਕ ਹੈ ਜੀ। ਜਦੋਂ ਤੁਸੀਂ ਜਾਣਕਾਰੀ ਨੂੰ ਵੰਡ ਦਿੰਦੇ ਹੋ, ਕੈਟਾਗਰੀਆਂ ਦੇ ਵਿੱਚ ਵੰਡ ਦਿੰਦੇ ਹੋ, ਅਲੱਗ-ਅਲੱਗ ਧਾਰਨਾਵਾਂ ਦੇ ਵਿੱਚ ਵੰਡ ਦਿੰਦੇ ਹੋ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਆਪਾਂ ਇਨਫੋਰਮੇਸ਼ਨ ਨੂੰ ਔਰਗੇਨਾਈਜ਼ ਕਰ ਲਿਆ, ਠੀਕ ਹੈ ਜੀ। ਤਾਂ ਇਹ ਵੀ ਇਕੁਇਲਿਬ੍ਰੇਸ਼ਨ ਦਾ ਪਾਰਟ ਹੈ। ਜਦੋਂ ਆਪਾਂ ਔਰਗੇਨਾਈਜ਼ ਕਰ ਲਾਂਗੇ ਤਾਂ ਆਪਾਂ ਬੈਲੈਂਸ ਬਿਠਾ ਲਾਂਗੇ। ਤਾਂ ਬੈਲੈਂਸ ਆਪਾਂ ਕਿਹਨੂੰ ਕਹਿੰਦੇ ਹਾਂ, ਇਕੁਇਲਿਬ੍ਰੇਸ਼ਨ ਨੂੰ, ਠੀਕ ਹੈ ਜੀ। ਤਾਂ ਇਹ ਤੁਸੀਂ ਇਸ ਤਰੀਕੇ ਨਾਲ ਯਾਦ ਰੱਖਣਾ। ਹੁਣ ਆਪਾਂ ਅਸਿਮੀਲੇਸ਼ਨ ਅਤੇ ਅਕਮੋਡੇਸ਼ਨ ਬਾਰੇ ਪੜ੍ਹਦੇ ਹਾਂ। ਬਹੁਤ ਇੰਪੋਰਟੈਂਟ ਟਰਮਸ ਨੇ, ਇਹਨਾਂ ਬਾਰੇ ਤੁਹਾਨੂੰ ਪੁੱਛਿਆ ਹੀ ਜਾਊਗਾ 100%। ਹਰ ਵਾਰ PSLET ਦੇ ਪੇਪਰ ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ। ਸਭ ਤੋਂ ਪਹਿਲਾਂ ਆਪਣੀ ਅਸਿਮੀਲੇਸ਼ਨ, ਜਿਹਨੂੰ ਆਪਾਂ ਆਤਮਸਾਤ ਕਰਨਾ ਵੀ ਕਹਿੰਦੇ ਹਾਂ, ਠੀਕ ਹੈ ਜੀ। ਇਟ ਮੀਨਸ ਨਿਊ ਇਨਫੋਰਮੇਸ਼ਨ ਐਡਡ ਇਨ ਐਗਜ਼ਿਸਟਿੰਗ ਇਨਫੋਰਮੇਸ਼ਨ। ਅਸਿਮੀਲੇਸ਼ਨ ਤੁਸੀਂ ਆਤਮਸਾਤ ਕਰਨਾ, ਮਤਲਬ ਤੁਹਾਡੇ ਕੋਲ ਐਗਜ਼ਿਸਟਿੰਗ ਇਨਫੋਰਮੇਸ਼ਨ ਹੈਗੀ ਹੈ, ਪਹਿਲਾਂ ਵੀ ਤੁਹਾਨੂੰ ਜਾਣਕਾਰੀ ਹੈਗੀ ਹੈ, ਉਹਦੇ ਵਿੱਚ ਤੁਸੀਂ ਨਵੀਂ ਜਾਣਕਾਰੀ ਕੀ ਹੈ, ਐਡ ਕਰ ਲਈ, ਦੈਟਸ ਇਟ, ਬਸ ਇਹਨੂੰ ਆਪਾਂ ਅਸਿਮੀਲੇਸ਼ਨ ਆਖਾਂਗੇ। ਅਤੇ ਅਕਮੋਡੇਸ਼ਨ ਕੀ ਹੁੰਦਾ? ਅਕਮੋਡੇਸ਼ਨ ਹੁੰਦਾ ਤੁਹਾਡੇ ਸਾਹਮਣੇ ਕੋਈ ਨਵੀਂ ਇਨਫੋਰਮੇਸ਼ਨ ਆ ਗਈ ਜਿਹਦੇ ਬਾਰੇ ਤੁਹਾਨੂੰ ਹਾਲੇ ਤੱਕ ਨਹੀਂ ਪਤਾ। ਤਾਂ ਇਟ ਮੀਨਸ ਮੋਡੀਫਿਕੇਸ਼ਨ, ਯਾਨੀ ਕਿ ਮੋਡੀਫਾਈ ਕਰਨਾ। ਮੋਡੀਫਾਈ ਕਰਨਾ ਯਾਨੀ ਕਿ ਨਵੀਂ ਇਨਫੋਰਮੇਸ਼ਨ ਨੂੰ ਐਡਜਸਟ ਕਰਨਾ, ਜਿਵੇਂ ਕਿ ਚੇਂਜ ਇਨਫੋਰਮੇਸ਼ਨ ਨੂੰ ਚੇਂਜ ਕਰਨਾ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਕੋਈ ਵਾਇਰਲੈਸ ਚੀਜ਼ ਦੇਖ ਲਈ, ਜਿਵੇਂ ਕਿ ਆਪਾਂ ਈਅਰਫੋਨ ਦੇਖਦੇ ਹਾਂ, ਵਾਇਰਲੈਸ ਈਅਰਫੋਨ ਜਿਹਨੂੰ ਆਪਾਂ ਕਦੇ ਵੀ ਨਹੀਂ ਦੇਖਿਆ ਲਾਈਫ ਦੇ ਵਿੱਚ। ਮੰਨ ਲਓ ਜੇ ਕੋਈ ਬਜ਼ੁਰਗ ਨੂੰ ਆਪਾਂ ਵਾਇਰਲੈਸ ਈਅਰਫੋਨ ਦਿਖਾਵਾਂਗੇ ਜਾਂ ਕਿ ਇਹੋ ਜਿਹੀ ਚੀਜ਼ ਜਿਹੜੀ ਉਹਨੇ ਪਹਿਲਾਂ ਨਹੀਂ ਦੇਖੀ, ਤਾਂ ਉਹਦੇ ਲਈ ਇਹ ਅਕਮੋਡੇਸ਼ਨ ਕਰਨੀ ਪਊ। ਫਿਰ ਉਹਨੂੰ ਅਕਮੋਡੇਸ਼ਨ ਮਤਲਬ ਉਹਨੂੰ ਮੋਡੀਫਾਈ ਕਰਨਾ ਪਊ ਆਪਣੀ ਇਨਫੋਰਮੇਸ਼ਨ ਨੂੰ। ਉਹਨੂੰ ਇਹਦੇ ਬਾਰੇ ਬਿਲਕੁਲ ਵੀ ਨਹੀਂ ਪਤਾ, ਤਾਂ ਉਹਦੇ ਲਈ ਇਹ ਬਿਲਕੁਲ ਨਵੀਂ ਚੀਜ਼ ਹੈ, ਤਾਂ ਉਹਨੂੰ ਐਡਜਸਟ ਕਰਨੀ ਪਊ ਇਹ ਇਨਫੋਰਮੇਸ਼ਨ। ਤਾਂ ਇਹਨੂੰ ਆਪਾਂ ਅਕਮੋਡੇਸ਼ਨ ਕਹਿੰਦੇ ਹਾਂ। ਬਸ ਮੋਡੀਫਾਈ ਤੁਸੀਂ ਵਰਡ ਯਾਦ ਰੱਖੋ ਕਿ ਮੋਡੀਫਿਕੇਸ਼ਨ ਕਰਨਾ, ਅਕਮੋਡੇਸ਼ਨ ਕਰਨਾ। ਅਸਿਮੀਲੇਸ਼ਨ ਤੁਹਾਡੇ ਕੋਲ ਪਹਿਲਾਂ ਨੌਲੇਜ ਹੈ, ਨਵੀਂ ਨੌਲੇਜ ਨੂੰ ਤੁਸੀਂ ਐਡ ਕਰ ਲਿਆ, ਦੈਟਸ ਇਟ, ਠੀਕ ਹੈ ਜੀ। ਤਾਂ ਅਸਿਮੀਲੇਸ਼ਨ ਅਤੇ ਅਕਮੋਡੇਸ਼ਨ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਇਹਦਾ ਮੈਂ ਇੱਕ ਚਾਰਟ ਬਣਾਇਆ ਹੋਇਆ ਜਿਹਦੇ ਦੁਆਰਾ ਤੁਸੀਂ ਯਾਦ ਕਰ ਸਕਦੇ ਹੋ। ਅਸਿਮੀਲੇਸ਼ਨ ਕਰਨਾ, ਤੁਸੀਂ ਨਵੀਂ ਇਨਫੋਰਮੇਸ਼ਨ ਆਪਦੇ ਦਿਮਾਗ 'ਚ ਬਿਠਾਉਣੀ ਹੈ, ਦੈਟਸ ਇਟ, ਠੀਕ ਹੈ ਜੀ। ਜਦੋਂ ਤੁਸੀਂ ਅਸਿਮੀਲੇਸ਼ਨ ਕਰ ਲਿਆ ਤਾਂ ਤੁਹਾਡਾ ਕੀ ਹੋ ਜਾਊਗਾ, ਇਕੁਇਲਿਬ੍ਰੇਸ਼ਨ ਹੋ ਜਾਊਗਾ, ਯਾਨੀ ਕਿ ਤੁਸੀਂ ਬੈਲੈਂਸ ਬਣਾ ਲਓਗੇ ਕਿ ਤੁਹਾਨੂੰ ਪਤਾ ਲੱਗ ਗਿਆ ਉਹ ਨੌਲੇਜ ਬਾਰੇ, ਤੁਸੀਂ ਆਪਦੇ ਦਿਮਾਗ ਦੇ ਵਿੱਚ ਉਹਨੂੰ ਐਡ ਕਰ ਲਿਆ ਅਤੇ ਤੁਹਾਡਾ ਬੈਲੈਂਸ ਬਣ ਗਿਆ। ਹੁਣ ਤੁਹਾਡੇ ਇਹ ਤਾਂ ਹੈ ਨਹੀਂ ਕਿ ਤੁਹਾਡਾ ਬੈਲੈਂਸ ਬਣ ਗਿਆ, ਇਸ ਤੋਂ ਬਾਅਦ ਤੁਹਾਡੇ ਅੱਗੇ ਕੋਈ ਨਵੀਂ ਸਿਚੁਏਸ਼ਨ ਨਹੀਂ ਆਊ। ਤਾਂ ਨਵੀਂ ਸਿਚੁਏਸ਼ਨ ਵੀ ਓਬਵੀਅਸ ਗੱਲ ਹੈ ਕਿ ਆਊਗੀ। ਤਾਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਸਿਚੁਏਸ਼ਨ ਆ ਗਈ, ਫਿਰ ਕੀ ਹੋ ਗਿਆ? ਫਿਰ ਤੁਸੀਂ ਨਵੀਂ ਸਿਚੁਏਸ਼ਨ ਨੂੰ ਸਮਝ ਨਹੀਂ ਪਾ ਰਹੇ, ਤਾਂ ਤੁਹਾਡਾ ਇਕੁਇਲਿਬ੍ਰੇਸ਼ਨ ਹੋ ਗਿਆ, ਯਾਨੀ ਕਿ ਤੁਹਾਡਾ ਕੰਮ ਦੁਬਾਰਾ ਫਿਰ ਉਲਝ ਗਿਆ। ਜਿਹੜਾ ਤੁਹਾਡਾ ਬੈਲੈਂਸ ਬਣਿਆ ਹੋਇਆ ਸੀ ਉਹ ਵਿਗੜ ਗਿਆ। ਹੁਣ ਤੁਸੀਂ ਦੁਬਾਰਾ ਕੀ ਕਰੋਗੇ? ਤਾਂ ਤੁਸੀਂ ਕਰੋਗੇ ਅਕਮੋਡੇਸ਼ਨ। ਅਕਮੋਡੇਸ਼ਨ ਦਾ ਕੀ ਮਤਲਬ ਹੈ ਕਿ ਤੁਸੀਂ ਉਹਨੂੰ ਮੋਡੀਫਾਈ ਕਰੋਗੇ, ਉਹਨੂੰ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰੋਗੇ ਕਿ ਇਹ ਨਵੀਂ ਇਨਫੋਰਮੇਸ਼ਨ ਹੈ, ਇਹਨੂੰ ਮੈਂ ਮੋਡੀਫਾਈ ਕਰੂੰ। ਤਾਂ ਅਕਮੋਡੇਸ਼ਨ ਤੋਂ ਬਾਅਦ ਫਿਰ ਤੁਹਾਡਾ ਅਸਿਮੀਲੇਸ਼ਨ ਹੋ ਜਾਊਗਾ, ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਪ੍ਰੋਸੈਸ ਹੈ ਜਿਹੜਾ ਉਹ ਚੱਲਦਾ ਹੈਗਾ, ਇਹਨੂੰ ਤੁਸੀਂ ਯਾਦ ਰੱਖਣਾ।
ਇਸ ਤੋਂ ਬਾਅਦ ਜਿਹੜੀਆਂ ਸਟੇਜਸ ਨੇ ਇਹ ਬਹੁਤ ਇੰਪੋਰਟੈਂਟ ਨੇ ਜੀਨ ਪਿਆਜ਼ੇ ਦੀਆਂ। ਸਭ ਤੋਂ ਪਹਿਲੀ ਹੁੰਦੀ ਆਪਣੀ ਸੈਂਸਰੀ ਮੋਟਰ। ਸੈਂਸਰੀ ਮੋਟਰ ਦਾ ਮਤਲਬ ਜਦੋਂ ਬੱਚਾ ਸੈਂਸਸ ਦੇ ਨਾਲ ਯਾਨੀ ਕਿ ਗਿਆਨ ਇੰਦਰੀਆਂ ਦੇ ਨਾਲ ਸਿੱਖਦਾ। ਇਹ ਗਿਆਨ ਇੰਦਰੀਆਂ ਦੇ ਰਿਲੇਟਡ ਸਟੇਜ ਹੈ 0 ਤੋਂ ਲੈ ਕੇ 2 ਸਾਲ, ਜਦੋਂ ਬੱਚਾ ਬਿਲਕੁਲ ਛੋਟਾ ਹੁੰਦਾ। ਅਗਲੀ ਆਉਂਦੀ ਹੈ ਪ੍ਰੀ ਆਪਰੇਸ਼ਨਲ ਸਟੇਜ, ਠੀਕ ਹੈ ਜੀ। ਤਾਂ ਇਹ ਹੁੰਦੀ ਆਪਣੀ 2 ਤੋਂ 6 ਸਾਲ। ਅਗਲੀ ਆਉਂਦੀ ਆਪਣੀ ਕੰਕਰੀਟ ਆਪਰੇਸ਼ਨਲ, ਜਿਹਦੇ ਦੁਆਰਾ ਬੱਚਾ ਮੂਰਤ ਅਨੁਭਵਾਂ ਨੂੰ ਸਿੱਖਦਾ, ਠੀਕ ਹੈ ਜੀ। ਮੂਰਤ ਯਾਨੀ ਕਿ ਟੱਚ ਕਰਦਾ ਚੀਜ਼ਾਂ ਨੂੰ ਸਿੱਖਦਾ। ਅਤੇ ਇਸ ਤੋਂ ਬਾਅਦ ਆਉਂਦੀ ਆਪਣੀ ਫਾਰਮਲ ਆਪਰੇਸ਼ਨ, ਜਿਹਦੇ ਨਾਲ ਉਹ ਅਮੂਰਤ ਅਨੁਭਵਾਂ ਨੂੰ ਸਿੱਖਦਾ। ਅਮੂਰਤ ਯਾਨੀ ਕਿ ਜਿਹੜੀਆਂ ਚੀਜ਼ਾਂ ਮਤਲਬ ਉਹ ਸਿਰਫ ਫੀਲ ਕਰ ਸਕਦਾ, ਉਹਨਾਂ ਬਾਰੇ ਸਿੱਖਦਾ ਉਹ, ਠੀਕ ਹੈ ਜੀ। ਤਾਂ ਇਹਨਾਂ ਬਾਰੇ ਆਪਾਂ ਇੱਕ ਇੱਕ ਕਰਕੇ ਪੜ੍ਹਾਂਗੇ। ਇੰਗਲਿਸ਼ ਦੇ ਵਿੱਚ ਤੁਸੀਂ ਐਜ਼ ਇਟ ਇਜ਼ ਇਹਨਾਂ ਨੂੰ ਯਾਦ ਕਰ ਲੈਣਾ, ਪੰਜਾਬੀ ਦੇ ਵਿੱਚ ਥੋੜ੍ਹੇ ਟਫ ਵਰਡ ਨੇ, ਠੀਕ ਹੈ ਜੀ। ਸਭ ਤੋਂ ਪਹਿਲੀ ਜਿਹੜੀ ਆਪਣੀ ਸਟੇਜ ਹੈ ਇਹ ਆਪਣੀ ਸੈਂਸਰੀ ਮੋਟਰ, ਜਿਹਦੇ ਦੁਆਰਾ ਬੱਚਾ ਸੈਂਸਸ ਦੇ ਯਾਨੀ ਕਿ ਗਿਆਨ ਇੰਦਰੀਆਂ ਦੇ ਥਰੂ ਸਿੱਖਦਾ। ਤਾਂ ਸੈਂਸਰੀ ਮੋਟਰ ਦੀ ਤੁਹਾਨੂੰ ਏਜ ਪਤਾ ਹੋਣੀ ਚਾਹੀਦੀ ਹੈ ਕਿ ਕਿੰਨੀ ਹੈ। ਤਾਂ ਜਿਹੜੀ ਸੈਂਸਰੀ ਮੋਟਰ ਹੈ 0 ਤੋਂ ਲੈ ਕੇ 2 ਸਾਲ ਤੱਕ ਹੈ। ਸੈਂਸਸ ਆਰ ਟੀਚਰਸ, ਇਹਦੇ 'ਚ ਬੱਚੇ ਦੇ ਜਿਹੜੇ ਟੀਚਰ ਹੁੰਦੇ ਨੇ ਉਹ ਸੈਂਸਸ ਹੁੰਦੇ ਨੇ, ਜਿਵੇਂ ਕਿ ਆਈ, ਈਅਰ, ਨੋਜ਼, ਟੰਗ ਐਂਡ ਸਕਿਨ, ਠੀਕ ਹੈ ਜੀ। ਇਹਦੇ ਵਿੱਚ ਆਬਜੈਕਟ ਪਰਮਾਨੈਂਸ ਆਉਂਦਾ। ਆਬਜੈਕਟ ਪਰਮਾਨੈਂਸ ਯਾਨੀ ਕਿ ਇੱਕ ਚੀਜ਼ ਦੇ ਉੱਤੇ ਬੱਚਾ ਦ੍ਰਿੜ ਹੋ ਜਾਂਦਾ, ਠੀਕ ਹੈ ਜੀ। ਇੱਕ ਚੀਜ਼ ਨੂੰ ਬੱਚਾ ਮਤਲਬ ਜਿਵੇਂ ਕਿ ਉਹ ਚੰਦ ਨੂੰ ਖਿਡਾਉਣਾ ਮੰਨ ਲੈਂਦਾ, ਠੀਕ ਹੈ ਜੀ। ਤਾਂ ਇਹ ਚੀਜ਼ਾਂ 'ਤੇ ਹੋ ਜਾਂਦਾ ਬੱਚਾ, ਮਤਲਬ ਆਬਜੈਕਟ ਪਰਮਾਨੈਂਸ ਉਹਦੇ ਵਿੱਚ ਹੋ ਜਾਂਦਾ ਹੈਗਾ, ਉਹਨੂੰ ਇੱਕ ਚੀਜ਼ ਦੇ ਉੱਤੇ ਫੋਕਸ ਕਰਨਾ ਆ ਜਾਂਦਾ। ਇਮੀਟੇਸ਼ਨ ਇਹਦੇ ਵਿੱਚ ਆਉਂਦਾ, ਨਕਲ ਕਰਨਾ, ਉਹ ਦੂਸਰੇ ਦੀ ਨਕਲ ਕਰਦਾ, ਠੀਕ ਹੈ ਜੀ। ਤਾਂ ਇਹ ਸਾਰੇ ਇਹਦੇ ਮੇਨ ਫੀਚਰ ਨੇ ਸੈਂਸਰੀ ਮੋਟਰ ਦੇ, ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਇਹ ਚਾਰੋਂ ਸਟੇਜਸ ਇਹਨਾਂ ਦੀਆਂ ਪਤਾ ਹੋਣੀਆਂ ਚਾਹੀਦੀਆਂ। ਦੂਸਰੀ ਜਿਹੜੀ ਆਪਣੀ ਸਟੇਜ ਆ ਉਹ ਪ੍ਰੀ ਆਪਰੇਸ਼ਨਲ, ਜਿਹੜੀ ਕਿ 2 ਤੋਂ 6 ਸਾਲ ਦੀ ਅਵਸਥਾ ਹੈ। ਇਹਦੇ ਵਿੱਚ ਟਰਾਂਸਡਕਟਿਵ ਰੀਜ਼ਨਿੰਗ, ਇਹ ਪ੍ਰੋਪਰ ਰੀਜ਼ਨਿੰਗ ਲਾਉਣਾ ਨਹੀਂ ਸਿੱਖਦਾ ਇੱਥੇ ਬੱਚਾ। ਟਰਾਂਸਡਕਟਿਵ ਯਾਨੀ ਕਿ ਅਜੀਬ ਜਿਹੀਆਂ ਗੱਲਾਂ ਕਰਦਾ, ਠੀਕ ਹੈ ਜੀ। ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਚੰਦ ਨੂੰ ਉਹਨੇ ਕੁਛ ਬਣਾ ਲਿਆ, ਜਾਂ ਕਿਸੇ ਵੀ ਚੀਜ਼ ਨੂੰ ਉਹਨੇ ਕੁਛ ਹੋਰ ਚੀਜ਼ ਮੰਨ ਲਿਆ, ਮਤਲਬ ਅਜੀਬ ਜਿਹੀਆਂ ਗੱਲਾਂ ਆਪਾਂ ਕਹਿ ਸਕਦੇ ਹਾਂ ਕਿ ਰੀਜ਼ਨਿੰਗ ਉਹਦੀ ਪ੍ਰੋਪਰ ਨਹੀਂ ਹੁੰਦੀ, ਸਹੀ ਰੀਜ਼ਨਿੰਗ ਨਹੀਂ ਇੱਥੇ ਉਹਦੀ ਹੁੰਦੀ। ਇਹਨੂੰ ਆਪਾਂ ਟਰਾਂਸਡਕਟਿਵ ਰੀਜ਼ਨਿੰਗ ਕਹਿੰਦੇ ਹਾਂ। ਸੈਂਟਰੇਸ਼ਨ ਹੋਣ ਲੱਗ ਜਾਂਦੀ, ਉਹਦੀ ਕੇਂਦਰਤਾ ਵਧਣ ਲੱਗ ਜਾਂਦੀ ਹੈ, ਇੱਕ ਚੀਜ਼ 'ਤੇ ਫੋਕਸ ਕਰਨ ਲੱਗ ਜਾਂਦਾ। ਈਗੋ ਸੈਂਟਰਿਕ ਹੋ ਜਾਂਦਾ ਇੱਥੇ ਬੱਚਾ। ਈਗੋ ਯਾਨੀ ਕਿ ਕੋਈ ਗਲਤ ਆਪਾਂ ਈਗੋ ਨਹੀਂ ਕਹਿ ਸਕਦੇ ਕਿ ਹੰਕਾਰ ਆ ਜਾਂਦਾ ਹੈ। ਈਗੋ ਸੈਂਟਰਿਕ ਮਤਲਬ ਆਪਣੇ ਆਪ 'ਚ ਰਹਿਣਾ, ਠੀਕ ਹੈ ਜੀ। ਸੈਲਫ ਸੈਂਟਰਡ ਹੋ ਜਾਂਦਾ ਇੱਥੇ ਬੱਚਾ। ਐਨੀਮੇਸ਼ਨ ਮਤਲਬ ਅਜੀਬਵਾਦ, ਜਿਹਨੂੰ ਆਪਾਂ ਕਹਿੰਦੇ ਹਾਂ ਅਜੀਬਵਾਦ, ਅਜੀਬ ਗੱਲਾਂ, ਠੀਕ ਹੈ ਜੀ। ਤਾਂ ਬੱਚਿਆਂ ਦੀਆਂ ਗੱਲਾਂ ਆਪਾਂ ਦੇਖਦੇ ਹਾਂ, ਤਾਂ ਉਹ ਐਨੀਮੇਸ਼ਨ ਇੱਥੇ ਆਉਂਦਾ ਹੈਗਾ 2 ਤੋਂ 6 ਸਾਲ ਦੀ ਅਵਸਥਾ ਦੇ ਵਿੱਚ। ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਅਗਲੀ ਜਿਹੜੀ ਆਪਣੀ ਅਵਸਥਾ ਹੈ ਉਹ ਹੈ ਕੰਕਰੀਟ ਆਪਰੇਸ਼ਨਲ, ਜਿੱਥੇ ਬੱਚਾ ਮੂਰਤ ਅਨੁਭਵਾਂ ਨੂੰ ਸਿੱਖਦਾ। ਇੱਥੇ ਲੌਜਿਕ ਆ ਜਾਂਦਾ, ਇੱਥੇ ਉਹ ਲੌਜਿਕ ਲਗਾਉਣਾ ਸਿੱਖ ਜਾਂਦਾ, ਜਿਵੇਂ ਕਿ ਕੰਕਰੀਟ ਆਬਜੈਕਟ, ਠੀਕ ਹੈ ਜੀ। ਤਾਂ ਕੰਕਰੀਟ ਯਾਨੀ ਕਿ ਜਿਹੜੇ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ। ਇੱਕ CSS ਤੁਹਾਨੂੰ ਪੁੱਛਿਆ ਜਾਓ, ਬਹੁਤ ਇੰਪੋਰਟੈਂਟ ਹੈ। ਇਹ ਕਿੱਥੇ ਆਉਂਦੀ ਹੈ? ਇਹ ਕੰਕਰੀਟ ਆਪਰੇਸ਼ਨ ਦੇ ਵਿੱਚ ਆਉਂਦੀ ਹੈ। CSS ਦਾ ਕੀ ਮਤਲਬ ਹੈ? C ਫॉर ਕਨਸਨਟ੍ਰੇਸ਼ਨ, ਬੱਚਾ ਕਨਸਨਟ੍ਰੇਸ਼ਨ ਕਰਨ ਸਿੱਖ ਜਾਂਦਾ। ਇਕਾਗਰਤਾ ਜਿਹਨੂੰ ਆਪਾਂ ਕਹਿੰਦੇ ਹਾਂ। ਕਲਾਸੀਫਿਕੇਸ਼ਨ ਹੁੰਦਾ ਵੰਡਣਾ, ਬੱਚੇ ਨੂੰ ਵੰਡਣਾ ਆ ਜਾਂਦਾ, ਚੀਜ਼ਾਂ ਨੂੰ ਵੰਡਣਾ ਆ ਜਾਂਦਾ, ਕਲਾਸੀਫਿਕੇਸ਼ਨ ਕਰਨ ਲੱਗ ਜਾਂਦਾ। ਸੀਰੀਏਸ਼ਨ ਹੁੰਦਾ ਇੱਕ ਸੀਰੀਜ਼ ਦੇ ਵਿੱਚ ਲਗਾਉਣਾ, ਚੀਜ਼ਾਂ ਨੂੰ ਇੱਕ ਸੀਰੀਜ਼ ਦੇ ਵਿੱਚ ਲਗਾਉਣਾ ਆ ਜਾਂਦਾ। ਤਾਂ ਇਹਨੂੰ ਪ੍ਰੋਪਰ ਲੌਜੀਕਲ ਰੀਜ਼ਨਿੰਗ ਆਪਾਂ ਕਹਿ ਸਕਦੇ ਹਾਂ, ਇਹਨੂੰ ਆਉਣ ਲੱਗ ਜਾਂਦੀ ਹੈ। ਅਤੇ ਇਹ ਕੰਕਰੀਟ ਆਪਰੇਸ਼ਨਲ ਦੇ ਵਿੱਚ ਆਉਂਦਾ, ਠੀਕ ਹੈ ਜੀ, ਜਿੱਥੇ ਬੱਚਾ ਮੂਰਤ ਅਨੁਭਵਾਂ ਨੂੰ ਸਿੱਖਦਾ। ਅਤੇ ਲਾਸਟ ਜਿਹੜੀ ਸਟੇਜ ਆਪਣੀ ਉਹ ਹੈ ਫਾਰਮਲ ਆਪਰੇਸ਼ਨਲ। ਫਾਰਮਲ ਆਪਰੇਸ਼ਨਲ ਹੈ ਜਿਹੜੀ ਉਹ 11 ਸਾਲ ਤੋਂ ਅਬਵ ਦੀ ਏਜ ਹੈ। ਇਹ 'ਚ ਐਬਸਟਰੈਕਟ ਯਾਨੀ ਕਿ ਅਮੂਰਤ, ਜਿਹੜੀ ਆਪਾਂ ਦੇਖ ਨਹੀਂ ਸਕਦੇ, ਫੀਲਿੰਗਸ, ਇੱਥੇ ਬੱਚਾ ਪ੍ਰੋਪਰ ਮਤਲਬ ਐਕਸਪਰਟ ਬਣ ਜਾਂਦਾ। ਅਮੂਰਤ ਅਨੁਭਵਾਂ ਦੇ ਉੱਤੇ ਲੌਜਿਕ ਲਗਾਉਣੇ ਸਿੱਖ ਜਾਂਦਾ। ਡਿਡਕਟਿਵ ਰੀਜ਼ਨਿੰਗ ਉਹਨੂੰ ਆਉਣ ਲੱਗ ਜਾਂਦੀ ਹੈ, ਜਿਵੇਂ ਕਿ ਜਰਨਲ ਤੋਂ ਸਪੈਸੀਫਿਕ ਜਾਣਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਫਾਰਮਲ ਆਪਰੇਸ਼ਨ ਦੇ ਵਿੱਚ ਆਉਂਦੀਆਂ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਆਪਾਂ ਐਜੂਕੇਸ਼ਨਲ ਇੰਪਲੀਕੇਸ਼ਨ ਕੀ ਨੇ, ਜਿਹੜੀਆਂ ਇਹ ਚੀਜ਼ਾਂ ਆਪਾਂ ਸਾਰੀਆਂ ਪੜ੍ਹੀਆਂ। ਤਾਂ ਐਜੂਕੇਸ਼ਨ ਦੇ ਉੱਤੇ ਮਤਲਬ ਆਪਾਂ ਇਹਨਾਂ ਨੂੰ ਕਿਵੇਂ ਇਹਨਾਂ ਦੀ ਇੰਪਲੀਕੇਸ਼ਨ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਐਕਟੀਵਿਟੀ ਦੇ ਉੱਤੇ ਜੀਨ ਪਿਆਜ਼ੇ ਨੇ ਜ਼ੋਰ ਦਿੱਤਾ ਕਿ ਬੱਚੇ ਦੀ ਐਕਟੀਵਿਟੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ, ਠੀਕ ਹੈ ਜੀ। ਦੂਸਰਾ, ਜੇ ਆਪਾਂ ਇਹ ਚੀਜ਼ਾਂ ਦੇ ਥਰੂ ਆਪਾਂ ਇਹਨੂੰ ਗੁਜ਼ਰਾਂਗੇ ਤਾਂ ਆਪਾਂ ਨੂੰ ਕਰੀਕੁਲਮ ਸਮਝ ਆ ਜਾਊਗਾ ਕਿ ਬੱਚੇ ਦੀ ਏਜ ਹੈ ਉਹਦੇ ਅਕੋਰਡਿੰਗ ਉਹਦਾ ਜਿਹੜਾ ਪਾਠਕ੍ਰਮ ਹੈ ਉਹ ਰੱਖਿਆ ਜਾਊਗਾ। ਬੱਚਾ ਇਹਦੇ ਵਿੱਚ ਐਕਸਪਲੋਰ ਕਰਦਾ ਅਤੇ ਟੀਚਰ ਇਹਦੇ ਵਿੱਚ ਫੈਸਿਲੀਟੇਟਰ ਯਾਨੀ ਕਿ ਮਦਦਗਾਰ ਦੀ ਭੂਮਿਕਾ ਨਿਭਾਉਂਦਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਇਹਦੀਆਂ ਐਜੂਕੇਸ਼ਨਲ ਇੰਪਲੀਕੇਸ਼ਨਸ ਨੇ। ਤਾਂ ਇਹ ਸਾਰੇ ਆਪਣੇ ਜਿਹੜਾ ਜੀਨ ਪਿਆਜ਼ੇ ਦਾ ਇੰਪੋਰਟੈਂਟ ਟੌਪਿਕ ਸੀ, ਜਿਹਦੇ ਬਾਰੇ ਆਪਾਂ ਡਿਸਕਸ ਕੀਤਾ। ਤਾਂ ਇਹ ਸਾਰੀਆਂ ਤੁਸੀਂ ਚੀਜ਼ਾਂ ਨੋਟ ਕਰ ਲੈਣੀਆਂ, ਬਹੁਤ ਇੰਪੋਰਟੈਂਟ ਨੇ, ਤੁਹਾਡੇ ਲਈ ਪੁੱਛੀਆਂ ਜਾਂਦੀਆਂ ਹਰ ਵਾਰ ਪੇਪਰਾਂ ਦੇ ਵਿੱਚ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਹਨੂੰ ਲਾਈਕ ਕਰਿਓ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਅਤੇ ਅਗਲੇ ਵਿਦਵਾਨ ਯਾਨੀ ਕਿ ਵਾਈਗੋਸਕੀ ਬਾਰੇ ਆਪਾਂ ਪੜ੍ਹਾਂਗੇ ਅੱਗੇ। ਅਤੇ ਜਿੰਨੀਆਂ ਵੀ ਆਪਣੀਆਂ ਵੀਡੀਓਜ਼ ਅਪਲੋਡ ਹੋਈਆਂ ਉਹ ਸਾਰੀਆਂ ਬੈਕ ਟੂ ਬੈਕ ਦੇਖਿਓ, ਤਾਂ ਕਿ ਤੁਹਾਡੇ ਵਧੀਆ ਸੀਰੀਜ਼ ਦੇ ਵਿੱਚ ਤੁਸੀਂ ਇਹ ਸਾਰੀ ਚੀਜ਼ ਨੂੰ ਸਮਝ ਸਕੋ। ਅਤੇ ਜੇ ਤੁਸੀਂ ਵਧੀਆ ਸਕੋਰਿੰਗ ਆਪਣੀ CDP ਦੇ ਵਿੱਚੋਂ ਕਰਨਾ ਚਾਹੁੰਦੇ ਹੋ ਤਾਂ ਆਪਣੀ ਇੱਕ ਵੀ ਕਲਾਸ ਤੁਸੀਂ ਮਿਸ ਨਾ ਕਰਿਓ। ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਜਿੱਥੋਂ ਪੇਪਰ ਆਉਂਦਾ
ਉਹ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ। ਠੀਕ ਹੈ ਜੀ। ਤਾਂ ਵੀਡੀਓ ਜੇਕਰ ਚੰਗੇ ਲੱਗਦੇ ਨੂੰ ਲਾਈਕ ਕਰ ਦਿਆ ਕਰੋਗੇ, ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।